ਹੈਲੋ एवरीवन मैं आशिम मित्तल ब्रेन मेकर कोचिंग ਕਲਾਸਿਸ ਇਸ ਆਨਲਾਈਨ ਪਲੇਟਫਾਰਮ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਹਰ ਇੱਕ ਸਬਜੈਕਟ ਦੇ ਲੈਕਚਰਸ ਪ੍ਰਪੇਅਰ ਕਰ ਰਹੇ ਹਾਂ ਤਾਂ ਅੱਜ ਅਸੀਂ ਮਾਡਰਨ ਇੰਡੀਆ ਨੂੰ ਸ਼ੁਰੂ ਕਰ ਰਹੇ ਹਾਂ। ਇਹਨੂੰ ਅਸੀਂ ਕੁਝ ਪਾਰਟਸ ਦੇ ਵਿੱਚ ਸਾਰੀ ਮਾਡਰਨ ਇੰਡੀਆ ਪੂਰੀ ਡਿਟੇਲ ਦੇ ਵਿੱਚ ਜਿਹੜੀ ਕਿ ਤੁਹਾਡੇ ਕਿਸੇ ਵੀ ਤਰ੍ਹਾਂ ਦਾ ਕੋਈ ਕੰਪੀਟੀਟਿਵ ਐਗਜ਼ਾਮ ਹੈ ਜਿਹਦੇ ਵਿੱਚ ਤੁਹਾਡੀ ਹਿਸਟਰੀ ਆਣੀ ਹੈ ਉਹਦੇ ਲਈ ਤੁਹਾਨੂੰ ਬੈਨੀਫੀਸ਼ੀਅਲ ਰਹੇਗੀ। ਤਾਂ ਅੱਜ ਆਪਾਂ ਮਾਡਰਨ ਹਿਸਟਰੀ ਦੀ ਸ਼ੁਰੂਆਤ ਕਰ ਰਹੇ ਹਾਂ। ਤਾਂ ਜਦੋਂ ਆਪਾਂ ਮਾਡਰਨ ਹਿਸਟਰੀ ਦੀ ਸ਼ੁਰੂਆਤ ਕਰ ਰਹੇ ਹਾਂ ਤਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਕਿ ਯੂਰੋਪੀਅਨ ਜਿਹੜੀ ਕੰਪਨੀਜ਼ ਹੈਗੀਆਂ ਜਿਹੜੀਆਂ ਕੰਪਨੀ ਹੈ ਇਹ ਇੰਡੀਆ ਦੇ ਵਿੱਚ ਕਿਉਂ ਆਈਆਂ। ਠੀਕ ਹੈ, ਇੰਡੀਆ ਦੇ ਵਿੱਚ ਜਿਹੜੀ ਯੂਰੋਪੀਅਨ ਕੰਪਨੀਜ਼ ਆਈਆਂ ਕਿਉਂ ਆਈਆਂ ਤਾਂ ਸਭ ਨੂੰ ਪਤਾ ਹੈ ਜੀ, ਵਪਾਰ ਕਰਨ ਆਈਆਂ। ਠੀਕ ਹੈ, ਤਾਂ ਫਿਰ ਕਈ ਵਾਰ ਪੇਪਰ ਦੇ ਵਿੱਚ ਸਿੱਕਮ ਬਦਲ ਜਾਂਦੇ ਹੈ ਕਿ ਸਭ ਤੋਂ ਪਹਿਲਾਂ ਕਿਹੜੀ ਯੂਰੋਪੀਅਨ ਕੰਪਨੀ ਆਈ ਹੈ। ਤਾਂ ਪਹਿਲਾਂ ਕਿਹੜੀ ਆਪਾਂ ਗੱਲ ਕਰਦੇ ਹਾਂ, ਪੋਰਤਗੀਜ਼, ਜਿਹੜੀ ਲਗਭਗ ਸਾਰਿਆਂ ਨੂੰ ਪਤਾ ਹੀ ਹੋਏਗਾ ਕਿ ਕਿਹੜੀ ਕੰਪਨੀ ਸਭ ਤੋਂ ਪਹਿਲਾਂ ਆਈ ਹੈ ਜੀ, ਪੋਰਤਗੀਜ਼ ਆਈ ਹੈ। ਕਦੋਂ ਆਈ ਹੈ ਪਹਿਲੀ ਵਾਰ ਭਾਰਤ ਦੇ ਵਿੱਚ? 1498। ਆਪਾਂ ਪੂਰੀ ਡਿਟੇਲ ਕਰਾਂਗੇ ਕੌਣ ਸੀ, ਕੌਣ ਲੈ ਕੇ ਆਇਆ, ਵਾਸਕੋ ਡਿਗਾਮਾ ਨੂੰ ਭੇਜਿਆ ਕਿਹਨੇ ਸੀਗਾ, ਵਾਸਕੋ ਡਿਗਾਮਾ ਕਿਹਦੇ ਰਾਹੀਂ ਪਹੁੰਚਾ, ਪੂਰੀ ਡਿਟੇਲ ਸਮਝਾਂਗੇ। ਸਭ ਤੋਂ ਪਹਿਲਾਂ ਕੌਣ ਆਉਂਦੇ ਆ? ਪੋਰਤਗੀਜ਼ ਆਉਂਦੇ ਆ। ਫਿਰ ਕੌਣ ਆਉਂਦੇ ਆ? ਡੱਚ। ਫਿਰ ਆਪਾਂ ਕਿਹਦੀ ਗੱਲ ਕਰਦੇ ਹਾਂ ਕਿ ਜੀ ਡੱਚ ਭਾਰਤ ਵਿੱਚ ਆਉਂਦੇ ਆ 1605 ਦੇ ਕਰੀਬ। ਥਰਡ ਆਪਾਂ ਗੱਲ ਕਰਦੇ ਹਾਂ ਇੰਗਲਿਸ਼। ਥਰਡ ਕੌਣ ਆਉਂਦੇ ਆ? ਇੰਗਲਿਸ਼ ਕਦੋਂ ਆਉਂਦੇ ਆ? 1608। ਫੋਰਥ ਆਪਾਂ ਗੱਲ ਕਰਦੇ ਹਾਂ ਡੈਨਿਸ਼। ਡੈਨਿਸ਼ ਬਾਰੇ ਨਾ ਕਾਫੀ ਤੁਹਾਨੂੰ ਜਗ੍ਹਾ ਤੇ ਤੁਸੀਂ ਪੜਿਆ ਹੋਏਗਾ, ਪਹਿਲਾ ਪੋਰਤਗੀਜ਼, ਡੱਚ, ਇੰਗਲਿਸ਼ ਤੇ ਫਰਾਂਚ। ਡੈਨਿਸ਼ ਦਾ ਨਾਮ ਨਹੀਂ ਹੈ, ਡੈਨਿਸ਼ ਜ਼ਿਆਦਾ ਇੰਪੋਰਟੈਂਟ ਨਹੀਂ ਹੈਗੇ, ਪਰ ਜੇ ਸੀਕੁਐਂਸ ਦੇ ਵਿੱਚ ਆਏਗਾ ਤਾਂ ਫੋਰਥ ਡੈਨਿਸ਼ ਆਇਆ। ਕਦੋਂ ਆਏ ਹੈ? 1620 ਦੇ ਕਰੀਬ ਆਏ ਹੈ। ਇਹ ਜ਼ਿਆਦਾ ਇੰਪੈਕਟ ਇੰਡੀਆ ਦੇ ਉੱਪਰ ਨਹੀਂ ਪਾ ਸਕੇ, ਇਸ ਕਰਕੇ ਆਪਣੇ ਪੇਪਰ ਦੇ ਵਿੱਚ ਇਹਦੇ ਨਾਲ ਰਿਲੇਟਡ ਕੁਐਸਚਨਸ ਨਹੀਂ ਬਣਦੇ ਖਾਸ ਕੋਈ। ਠੀਕ ਹੈ, ਜੋ ਵੀ ਬਣਨਗੇ ਆਪਾਂ ਡਿਟੇਲ ਸਮਝਾਂਗੇ। ਤੇ ਲਾਸਟ ਤੇ ਕੌਣ ਆਏ ਹੈ? ਫ੍ਰੈਂਚ ਆਏ ਹੈ। ਫ੍ਰੈਂਚ ਲਈ ਕਿਹਾ ਜਾਂਦਾ ਹੈ ਕਿ ਸਭ ਤੋਂ ਬਾਅਦ ਆਏ ਹੈ, ਸਭ ਤੋਂ ਪਹਿਲਾਂ ਗਏ ਹੈ। ਤੇ ਪੋਰਤਗੀਜ਼ ਲਈ ਕੀ ਬੋਲਿਆ ਜਾਂਦਾ ਹੈ ਕਿ ਜੀ ਸਭ ਤੋਂ ਪਹਿਲਾਂ ਆਏ ਸੀ ਤੇ ਸਭ ਤੋਂ ਅੰਤ ਤੇ ਪੋਰਤਗੀਜ਼ ਗਏ ਆ, ਪੁਰਤਗਾਲੀ ਗਏ ਆ। ਹੁਣ ਦੇਖੋ ਇਹਦੇ ਵਿੱਚ ਵੀ ਇੱਕ ਡਬਲ ਕਨਫਿਊਜ਼ਨ ਪੈਦਾ ਹੋ ਜਾਂਦੀ ਹੈ ਸਟੂਡੈਂਟਸ ਦੇ ਲਈ। ਇੱਕ ਕਨਫਿਊਜ਼ਨ ਬਣ ਜਾਂਦੀ ਹੈ ਕਿ ਜੀ ਭਾਰਤ ਵਿੱਚ ਆਏ ਤੇ ਕੰਪਨੀਆਂ ਐਸਟੈਬਲਿਸ਼। ਹੁਣ ਜੇਕਰ ਕੁਐਸਚਨ ਆਏਗਾ ਕਿ ਇੰਡੀਆ ਦੇ ਵਿੱਚ ਕਿਹੜੇ ਕਿਹੜੇ ਪਹਿਲਾ ਨੰਬਰ ਤੇ ਆਏ ਹੈ ਤਾਂ ਫਿਰ ਕੀ ਆਏਗਾ? ਪਹਿਲਾ ਪੋਰਤਗੀਜ਼, ਫਿਰ ਡੱਚ, ਫਿਰ ਇੰਗਲਿਸ਼, ਫਿਰ ਡੈਨਿਸ਼, ਫਿਰ ਫਰਾਂਸੀਸੀ ਆਏ। ਪਰ ਜੇ ਕੁਐਸਚਨ ਆਇਆ ਕਿ ਕੰਪਨੀਜ਼ ਦੀ ਐਸਟੈਬਲਿਸ਼ਮੈਂਟ ਦਾ ਸੀਕੁਐਂਸ, ਜੇਕਰ ਆ ਗਿਆ ਕੰਪਨੀਜ਼ ਦੀ ਐਸਟੈਬਲਿਸ਼ਮੈਂਟ ਦਾ ਸੀਕੁਐਂਸ ਦੱਸੋ, ਤਾਂ ਪਹਿਲਾਂ ਤਾਂ ਆਨਸਰ ਕੀ ਆਏਗਾ? ਪੋਰਤਗੀਜ਼ ਹੀ ਆਏਗਾ, ਪੁਰਤਗਾਲੀ। ਸਭ ਤੋਂ ਪਹਿਲਾਂ ਤਾਂ ਕੌਣ ਆ ਗਏ? ਪੁਰਤਗਾਲੀ ਆ ਗਏ। ਫਿਰ ਦੂਸਰੇ ਨੰਬਰ ਤੇ ਜੇ ਕੰਪਨੀ ਦੀ ਗੱਲ ਆਉਂਦੀ ਹੈ ਤਾਂ ਕੌਣ ਆ ਗਏ? ਬ੍ਰਿਟਿਸ਼ਰਸ ਆ ਗਏ, ਇੰਗਲਿਸ਼। दूसरे नंबर पे कौन आ गए? इंग्लिश आ गए, इंग्लिश ईस्ट इंडिया कंपनी या ब्रिटिशर ईस्ट इंडिया कंपनी। थर्ड नंबर पे 1602, ईयर भी बदली है, देखो ईयर भी बदल रहे हैं। तो कौन आ गए? डच। कौन आ गए? डच आ गए। चौथे नंबर पे कौन आया? देखो 1616 ਦੇ ਵਿੱਚ ਡੈਨਿਸ਼। ਠੀਕ ਹੈ, ਡੈਨਮਾਰਕ ਦੇ ਲੋਕ ਸੀ ਡੈਨਿਸ਼। ਇਹਨਾਂ ਨੇ ਸਥਾਪਿਤ ਕੀਤੀ ਆਪਣੀ ਕੰਪਨੀ। ਤੇ 1664 ਦੇ ਵਿੱਚ ਕੌਣ ਸੀਗੇ? ਫ੍ਰਾਂਸੀਸੀ, ਫ੍ਰੈਂਚ ਲੋਕ ਆਏ। ਕੌਣ ਆ ਗਏ? ਫ੍ਰੈਂਚ ਲੋਕ ਆ ਗਏ। ਉਹਨਾਂ ਨੇ ਫ੍ਰੈਂਚ ਈਸਟ ਇੰਡੀਆ ਕੰਪਨੀ ਐਸਟੈਬਲਿਸ਼ ਕੀਤੀ। ਹੁਣ ਦੇਖੋ ਤੁਹਾਨੂੰ ਦੋ ਚੀਜ਼ਾਂ ਅਲੱਗ-ਅਲੱਗ ਕਰਵਾਈਆਂ। ਜੇ ਆਏਗਾ ਕਿ ਯੂਰੋਪੀਅਨਸ ਇੰਡੀਆ ਦੇ ਵਿੱਚ ਕਿਹੜੇ ਆਏ ਹੈ, ਕਿ ਸੀਕੁਐਂਸ ਕੀ ਹੈ, ਤਾਂ ਪਹਿਲਾਂ ਪੋਰਤਗੀਜ਼, ਡੱਚ, ਇੰਗਲਿਸ਼, ਡੈਨਿਸ਼ ਤੇ ਫ੍ਰੈਂਚ। ਪਰ ਜੇਕਰ ਕੁਐਸਚਨ ਆਇਆ ਤੁਹਾਡੀ ਕੰਪਨੀਜ਼ ਨਾਲ ਰਿਲੇਟਡ ਤਾਂ ਸਭ ਤੋਂ ਪਹਿਲਾਂ ਪੋਰਤਗੀਜ਼, ਫਿਰ ਇੰਗਲਿਸ਼, ਫਿਰ ਡੱਚ, ਡੈਨਿਸ਼ ਤੇ ਫ੍ਰੈਂਚ। ਕਲੀਅਰ? ਤਾਂ ਇਹ ਸੀਗਾ ਮੇਨ। ਹੁਣ ਆਪਾਂ ਗੱਲ ਕਰਦੇ ਹਾਂ ਕਿ ਇਹਨਾਂ ਦੇ ਆਉਣ ਦਾ ਰੀਜ਼ਨ ਕੀ ਸੀ, ਕਿਉਂ ਇੰਡੀਆ ਵਿੱਚ ਆਏ। what is the reason behind these all companies? ਠੀਕ ਹੈ, ਕਿ ਕੀ ਰੀਜ਼ਨ ਸੀਗਾ ਇਹਨਾਂ ਕੰਪਨੀਜ਼ ਦਾ ਇੰਡੀਆ ਦੇ ਵਿੱਚ ਆਉਣ ਦੇ ਲਈ। ਤਾਂ ਥੋੜਾ ਜਿਹਾ ਤੁਹਾਨੂੰ ਮੈਂ ਇੱਕ ਬੈਕਗਰਾਉਂਡ ਥੋੜਾ ਦੱਸਣਾ ਪਸੰਦ ਕਰਾਂਗਾ ਕਿ ਨਾ ਤੁਰਕ ਜਿਹੜਾ ਸੀਗਾ, ਜਿਹੜੇ ਤੁਰਕੀ ਸੀਗੇ, ਤੁਰਕ ਦੇ ਵਿੱਚ ਇੱਕ ਜਗ੍ਹਾ ਸੀਗੀ, ਜਿਹਦਾ ਨਾਮ ਕੀ ਸੀਗਾ? ਕੁਸਤੂਨੀਆ।
ਇੱਕ ਜਗ੍ਹਾ ਦਾ ਨਾਮ ਹੈ ਜਿੱਥੇ ਸਿੱਧਾ ਇੱਥੇ ਕੀ ਹੁੰਦਾ, ਕਸਤੂਨੀਆ ਦੇ ਵਿੱਚ ਕੀ ਹੁੰਦਾ ਸੀਗਾ, ਭਾਰਤ ਦੇ ਮਸਾਲੇ ਸਿੱਧੇ ਸਾਰੇ, ਮਤਲਬ ਜਦੋਂ ਇਹ ਕੰਪਨੀ ਐਸਟੈਬਲਿਸ਼ ਨਹੀਂ ਹੋਈਆਂ ਸੀਗੀਆਂ ਤਾਂ ਸਾਰਾ ਇੰਡੀਆ ਦਾ ਮਸਾਲਾ ਇੱਥੇ ਜਾਂਦਾ ਸੀਗਾ, ਤੁਰਕ ਦੇ ਕਸਤੂਨੀਆ ਦੇ ਵਿੱਚ ਜਾਂਦਾ ਸੀਗਾ। ਤੇ ਇੱਥੋਂ ਸਾਰੇ ਜਗ੍ਹਾ ਦੇ ਹੋਰ ਜਿਹੜੇ ਜਿੰਨੇ ਵੀ ਵਰਲਡ ਦੇ ਯੂਰਪ ਦੇ ਜਿੰਨੀਆਂ ਵੀ ਜਗ੍ਹਾ ਹੈਗੀਆਂ ਯੂਰਪ ਦੀਆਂ, ਠੀਕ ਹੈ, ਜਿੰਨੀਆਂ ਵੀ ਜਗ੍ਹਾ ਹੈਗੀਆਂ ਇੱਥੋਂ ਅੱਗੇ ਡਿਸਟ੍ਰੀਬਿਊਟ ਕੀਤਾ ਜਾਂਦਾ ਸੀਗਾ, ਇੱਥੋਂ ਵੰਡਿਆ ਜਾਂਦਾ ਸੀ। ਮਤਲਬ ਜਿਹੜਾ ਬੈਨੀਫਿਟ ਸੀਗਾ ਉਹ ਕਿਹਨਾਂ ਨੂੰ ਮਿਲਦਾ ਸੀ, ਇਹਨਾਂ ਦੇ ਵਪਾਰੀਆਂ ਨੂੰ ਮਿਲਦਾ ਸੀ। ਪਰ ਕੀ ਹੋਇਆ 1453 1453 ਦੇ ਵਿੱਚ ਜਿਹੜਾ ਹੈਗਾ ਆਸਮੇਨੀਆ ਦਾ ਜਿਹੜਾ ਸੁਲਤਾਨ ਹੈ ਉਹਨੇ ਇਸ ਤੇ ਕਬਜ਼ਾ ਕਰ ਲਿਆ, ਕਸਤੂਨੀਆ ਤੇ ਉਹਨੇ ਕੀ ਕਰ ਲਿਆ, ਕਬਜ਼ਾ ਕਰ ਲਿਆ। ਯੂਰੋਪੀਅਨ ਦੇ ਵਿੱਚ ਜਿਹੜਾ ਫੈਲਿਆ ਹੋਇਆ ਸੀ ਕਬਜ਼ਾ ਕਰ ਲਿਆ। ਹੁਣ ਜਿਹਦੇ ਕਾਰਨ ਇਹਦੀ ਜਿਹੜੀ ਡਿਲੀਵਰੀ, ਮਤਲਬ ਇੱਕ ਜਗ੍ਹਾ ਦੂਸਰੀ ਜਗ੍ਹਾ ਤੇ ਭੇਜਣਾ ਪ੍ਰੋਬਲਮ ਆਉਣ ਲੱਗ ਗਈ। ਦੂਸਰੀ ਗੱਲ ਕੀ ਸੀ, ਇਹ ਜਿਹੜਾ ਵਪਾਰ ਹੋ ਰਿਹਾ ਸੀ ਸਾਰਾ ਕਿੱਧਰੋਂ ਹੋ ਰਿਹਾ ਸੀ, ਲੈਂਡ ਰਾਹੀਂ ਹੋ ਰਿਹਾ ਸੀ। ਸਾਰਾ ਵਪਾਰ ਜਿਹੜਾ ਹੋ ਰਿਹਾ ਸੀਗਾ ਕਿੱਥੋਂ ਹੋ ਰਿਹਾ ਸੀਗਾ, ਲੈਂਡ ਰਾਹੀਂ ਇਹ ਵਪਾਰ ਕੀਤਾ ਜਾ ਰਿਹਾ ਸੀਗਾ, ਠੀਕ ਹੈ। ਤਾਂ ਹੁਣ ਨੂੰ ਵੀ ਅਦਰ ਕੰਟਰੀਜ਼ ਵੀ ਦੇਖ ਰਹੀਆਂ ਸੀਗੀਆਂ ਕਿ ਕੋਈ ਨਾ ਕੋਈ ਆਪਾਂ ਜਲ ਮਾਰਗ ਲੱਭਿਆ ਜਾਵੇ ਜਿਹਦੇ ਨਾਲ ਆਸਾਨੀ ਦੇ ਨਾਲ ਇਹ ਕੰਮ ਕੀਤਾ ਜਾ ਸਕੇ। ਤਾਂ ਇਹਦੇ ਵਿੱਚ ਇੱਕ ਹੈਲਪ ਫਿਰ ਮਿਲੀ, ਕਿਹਦੀ ਹੈਲਪ ਮਿਲੀ, ਪੋਰਤਗੀਜ਼ ਦੀ। ਪੋਰਤਗੀਜ਼ ਦਾ ਇੱਕ ਰਾਜਾ ਸੀ ਜਿਹੜਾ ਬਹੁਤ ਪਸੰਦ ਕਰਦਾ ਸੀਗਾ, ਬਹੁਤ ਜ਼ਿਆਦਾ ਨਵੀਆਂ ਚੀਜ਼ਾਂ ਨੂੰ ਲੱਭਣਾ ਪਸੰਦ ਕਰਦਾ ਸੀਗਾ। ਪੋਰਤਗੀਜ਼ ਜਿਹੜਾ ਹੈਗੇ ਨਵੀਆਂ ਚੀਜ਼ਾਂ ਨੂੰ ਲੱਭਣਾ, ਜਿਹਦਾ ਆਪਾਂ ਗੱਲ ਕਰਾਂਗੇ ਕਿ ਉਹ ਰਾਜੇ ਦਾ ਨਾਮ ਕੀ ਸੀਗਾ, ਉਹ ਰਾਜਾ ਕੌਣ ਸੀਗਾ, ਪ੍ਰਿੰਸ ਹੈਨਰੀ। ਕਿਹਦਾ ਨਾਮ ਆਉਂਦਾ ਹੈ, ਪ੍ਰਿੰਸ ਹੈਨਰੀ, ਜਿਹੜਾ ਕਿ ਨਵੀਆਂ ਚੀਜ਼ਾਂ ਨੂੰ, ਮਤਲਬ ਉਹਨੇ ਇਸ ਤੋਂ ਪਹਿਲਾਂ ਵੀ ਵਾਸਕੋ ਡੀ ਗਾਮਾ ਤੋਂ ਪਹਿਲਾਂ ਵੀ ਉਹਨਾਂ ਨੇ ਇਸ ਚੀਜ਼ ਦੀ ਖੋਜ ਕਰਨ ਦੇ ਲਈ ਪਰਸਨ ਨੂੰ ਭੇਜਿਆ। ਪਰ ਉਸ ਤੋਂ ਪਹਿਲਾਂ ਆਪਾਂ ਇੱਕ ਗੱਲ ਸਮਝਦੇ ਪਹਿਲਾਂ, ਇਨ ਯੂਰਪ, ਕਿ ਪੁਨਰ ਜਾਗਰਣ ਜਿਹੜਾ ਯੂਰਪ ਦੇ ਵਿੱਚ ਆ ਰਿਹਾ ਹੈ ਉਹ ਚੀਜ਼ ਦੇ ਵਿੱਚ ਕਿਸ ਪੁਨਰ ਜਾਗਰਣ, ਦੇਖੋ ਰੈਨਿਊਐਂਸ ਕਿਹਨੂੰ ਬੋਲਦੇ ਆ, ਕਿ ਜਦੋਂ ਲਿਟਰੇਚਰ, ਟੈਕਨੋਲੋਜੀ, ਸਾਇੰਸ, ਡਿਸਕਵਰੀ, ਇਹ ਚੀਜ਼ਾਂ ਹੋਣੀਆਂ ਸ਼ੁਰੂ ਹੋਣ ਲੱਗੀਆਂ। ਜਦੋਂ ਇਹ ਚੀਜ਼ਾਂ ਹੋਣੀਆਂ ਸ਼ੁਰੂ ਹੋਈਆਂ ਤਾਂ ਨਾਲ ਦੀ ਨਾਲ ਤੁਹਾਡੇ ਹਿਊਮਨਿਜ਼ਮ, ਠੀਕ ਹੈ, ਸਾਇੰਟਿਫਿਕ ਇਨਵੈਸਟੀਗੇਸ਼ਨ, ਰਿਲੀਜੀਅਸ ਰਿਫਾਰਮ, ਇਹ ਸਾਰੇ ਸ਼ੁਰੂ ਹੋ ਗਏ। ਨਵੀਆਂ ਡਿਸਕਵਰੀ ਸ਼ੁਰੂ ਹੋ ਗਈਆਂ। ਇਹਨਾਂ ਡਿਸਕਵਰੀ ਦਾ ਹੀ ਨਤੀਜਾ ਸੀਗਾ ਕਿ ਪਹਿਲਾਂ ਬ੍ਰਾਜ਼ੀਲ, ਠੀਕ ਹੈ, ਬ੍ਰਾਜ਼ੀਲ ਦੀ ਖੋਜ ਹੋ ਗਈ। ਫਿਰ ਆਪਾਂ ਗੱਲ ਕਰਦੇ ਹਾਂ ਅਮਰੀਕਾ ਦੀ ਆਪਾਂ ਗੱਲ ਕਰਦੇ ਹਾਂ। ਫਿਰ ਆਪਾਂ ਇੰਡੀਆ ਦੀ ਗੱਲ ਕਰਦੇ ਹਾਂ। ਅਮਰੀਕਾ ਦੀ ਲਗਭਗ 1492, ਇੰਡੀਆ 1498 ਵਾਸਕੋ ਡੀ ਗਾਮਾ ਨੇ ਲੱਭ ਲਿਆ ਸੀਗਾ, ਠੀਕ ਹੈ। ਫਿਰ ਆਪਾਂ ਆਸਟ੍ਰੇਲੀਆ, ਫਿਰ ਆਪਾਂ ਗੱਲ ਕਰਦੇ ਹਾਂ ਨਿਊਜ਼ੀਲੈਂਡ, ਜਾਂ ਆਪਾਂ ਇਹਨੂੰ ਹਾਲੈਂਡ ਵੀ ਕਹਿ ਦਿੰਦੇ ਸੀ, ਕਲੀਅਰ। ਤਾਂ ਹੁਣ ਜੇ ਤੁਹਾਨੂੰ ਬ੍ਰਾਜ਼ੀਲ ਦਾ ਆ ਜਾਏਗਾ ਕਿ ਬ੍ਰਾਜ਼ੀਲ ਦੀ ਖੋਜ ਕਿਹਨੇ ਕੀਤੀ, ਤਾਂ ਕੈਬਰਲ ਨੇ ਕੀਤੀ। ਤੁਹਾਨੂੰ ਪਤਾ ਹੋਣਾ ਚਾਹੀਦਾ ਬ੍ਰਾਜ਼ੀਲ ਦੀ ਖੋਜ ਕਿਹਨੇ ਕੀਤੀ ਹੈ, ਕੈਬਰੀਅਲ ਨੇ ਕੀਤੀ ਹੈ, ਜਿਹੜਾ ਕਿ ਪੋਰਤਗੀਜ਼ ਸੀਗਾ। ਅਮਰੀਕਾ ਦਾ ਜਦੋਂ ਵੀ ਨਾਮ ਆਉਂਦਾ, ਦੇਖੋ ਅਮਰੀਕਾ ਦਾ ਨਾਮ ਆਉਂਦਾ ਹੈ ਤਾਂ ਆਪਾਂ ਕੋਲੰਬਸ ਦੀ ਗੱਲ ਕਰਦੇ ਹਾਂ, ਠੀਕ ਹੈ, ਜਿਹੜਾ ਸਪੈਨਿਸ਼ ਸੀਗਾ। ਇੰਡੀਆ ਦੇ ਵਿੱਚ ਆਪਾਂ ਗੱਲ ਕਰੀ ਤਾਂ ਵਾਸਕੋ ਡੀ ਗਾਮਾ, ਠੀਕ ਹੈ, ਜਿਹੜਾ ਪੋਰਤਗੀਜ਼ ਸੀਗਾ। ਜੇ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਕੁੱਕ, ਠੀਕ ਹੈ, ਜਿਹੜਾ ਇੰਗਲੈਂਡ ਦਾ ਸੀਗਾ ਪਰਸਨ। ਜੇ ਆਪਾਂ ਨਿਊਜ਼ੀਲੈਂਡ ਦੀ ਗੱਲ ਕਰੀਏ ਤਾਂ ਵਿਸਮਾਨ, ਠੀਕ ਹੈ, ਜਿਹੜਾ ਕੀ ਸੀਗਾ ਵਿਸਮਨ। ਇਹਨਾਂ ਨੇ ਜਿਹੜਾ ਹੈਗਾ ਇਹਨਾਂ ਦੀ ਖੋਜ, ਇਸੇ ਕਰਕੇ ਡਿਸਕਵਰੀਜ਼ ਹੋਈਆਂ, ਕਾਫੀ ਡਿਸਕਵਰੀਜ਼ ਹੋਈਆਂ। ਇਸ ਤੁਹਾਡੇ ਲਈ ਮੈਂ ਇੱਕ ਕੁਐਸਚਨ ਛੱਡ ਰਿਹਾ,
मैं तुहाडे लई क्वेश्चन छड्ड रिहा जिहड़ा कि तुसीं कमेंट बॉक्स दे विच मैनूं दसना है कि उस इतिहासकार दा नाम दसो। मैनूं एक क्वेश्चन तुसीं कमेंट बॉक्स में दसना है कि उस इतिहासकार दा नाम दसो, उस अकबरी इतिहासकार दा नाम दसो जिन्हां ने अपनी बुक दे विच डिस्कवरी ऑफ अमेरिका दा जिक्र कीता है। तुहाडे लई क्वेश्चन छड्ड रिहा, तुहाडे लई क्वेश्चन छड्ड रिहा कि मैं दोबारा क्वेश्चन रिपीट कर रिहा, उस अकबर दे इतिहासकार टाइम दे इतिहासकार दा नाम दसना है जिन्हां ने अपनी बुक दे विच अमेरिका दी इन्वेंशन दे बारे विच उन्हां ने इस चीज नूं इहदा जिक्र कीता है, इन्वेंशन दा। क्लियर। चलो हुण आपां पहलां पोर्तुगीज समझ रहे हैं। पोर्तुगीज नूं आपां पहलां डिटेल समझदे हां कि पुर्तगाली ਜਿਹੜੇ ਪੁਰਤਗਾਲੀ ਸੀਗੇ ਇਹਨਾਂ ਦਾ ਕੀ ਇਹਨਾਂ ਦਾ ਇਹਨਾਂ ਦੇ ਦਿਮਾਗ ਦੇ ਵਿੱਚ ਇਨਵੈਂਸ਼ਨਸ ਰਹੀਆਂ ਹੋਣਗੀਆਂ, ਕੀ ਡਿਸਕਵਰੀਜ਼ ਰਹੀਆਂ ਹੋਣਗੀਆਂ, ਕਿਹਦੇ ਕਾਰਨ ਇਹਨਾਂ ਨੇ ਇਹ ਚੀਜ਼ ਲੱਭਣ ਦੇ ਵਿੱਚ ਹੈਲਪ ਕੀਤੀ। ਤਾਂ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਕੇ ਹਟਿਆ ਕਿ ਇੱਕ ਪੋਰਤਗੀਜ਼ ਇਸ ਤਰ੍ਹਾਂ ਲਿਖ ਲਓ, ਜਿਹੜਾ ਪ੍ਰਿੰਸ ਸੀਗਾ ਪੋਰਤਗੀਜ਼ ਪ੍ਰਿੰਸ, ਕੀ ਨਾਮ ਸੀਗਾ? ਹੈਨਰੀ, ਜਿਹਨੂੰ ਕੀ ਬੋਲਦਾ ਤਾਂ ਹੈਨਰੀ ਦਾ ਨੈਵੀਏਟਰ, ਜਿਹਨੂੰ ਆਪਾਂ ਹੈਨਰੀ ਦਾ ਨੈਵੀਏਟਰ ਵੀ ਬੋਲਦੇ ਆ। ਇਹ ਨਾ ਇਹ ਜਿਹੜਾ ਪਰਸਨ ਸੀਗਾ, ਇਹ ਪ੍ਰਿੰਸ ਸੀਗਾ, ਜਿਹੜਾ ਆਪਾਂ ਹੈਨਰੀ ਦਾ ਨੈਵੀਏਟਰ ਦੀ ਗੱਲ ਕਰਦੇ, ਜਿਹੜਾ ਪ੍ਰਿੰਸ ਦੀ ਗੱਲ ਕਰ ਰਹੇ ਹਾਂ, ਇਹ ਬੜਾ ਸਾਇੰਟਿਫਿਕ ਟੈਂਪਰ ਵਾਲਾ ਪਰਸਨ ਸੀਗਾ। ਇਹ ਸਾਇੰਟਿਫਿਕ ਟੈਂਪਰ ਵਾਲਾ ਪਰਸਨ ਸੀਗਾ। ਨਵੀਆਂ ਇਨਵੈਂਸ਼ਨਸ ਚੰਗੇ ਲੱਗਦੇ ਸੀਗਾ, ਇਸ ਕਰਕੇ ਬੋਲਿਆ ਜਾਂਦਾ ਕਿ ਸਾਇੰਟਿਫਿਕ ਨੇਚਰ, ਇਹਦੀ ਨੇਚਰ ਕੀ ਸਾਇੰਟਿਫਿਕ ਨੇਚਰ ਸੀਗੀ। ਤਾਂ ਨਵੀਆਂ ਇਨਵੈਂਸ਼ਨ, ਨਵੀਆਂ ਡਿਸਕਵਰੀਜ਼ ਇਹਨੂੰ ਬੜੀਆਂ ਪਸੰਦ ਸੀਗੀਆਂ। ਤਾਂ ਇਹਨਾਂ ਨੇ ਦੋ ਵਾਰੀ, ਪਹਿਲੀ ਵਾਰੀ ਇਹਨਾਂ ਨੇ ਦੇਖੋ ਕਿਹਨੂੰ ਭੇਜਿਆ, ਪ੍ਰਿੰਸ ਹੈਨਰੀ ਨੇ ਸਭ ਤੋਂ ਪਹਿਲੀ ਵਾਰੀ ਕਿਹਨੂੰ ਭੇਜਿਆ? ਸਭ ਤੋਂ ਪਹਿਲੀ ਵਾਰ ਭੇਜਿਆ, ਲਿਖੋ, ਬਾਰਟੋਲੋਮਿਊ ਡਾਇਸ। ਇਸ ਪਰਸਨ ਨੂੰ ਕਦੋਂ? 1487 ਦੇ ਵਿੱਚ ਭੇਜਿਆ ਖੋਜ ਕਰਨ ਵਾਸਤੇ, ਇੰਡੀਆ ਦੀ ਖੋਜ ਮਤਲਬ ਇੰਡੀਆ ਦੀ ਨਹੀਂ ਐਗਜ਼ੈਕਟਲੀ ਕਵਾਂਗੇ, ਇਹ ਚੀਜ਼ ਖੋਜਣ ਵਾਸਤੇ ਭੇਜਿਆ ਕਿ ਮਸਾਲੇ ਆਂਦੇ ਕਿੱਥੋਂ ਹੈ। ਇਹ ਇਸ ਚੀਜ਼ ਨੂੰ ਲੱਭੋ ਕਿ ਮਸਾਲੇ ਆਂਦੇ ਕਿੱਥੋਂ, ਮਸਾਲੇ ਇੰਡੀਆ ਦੇ ਵਿੱਚ ਸੀਗੇ। ਇਸ ਕਰਕੇ ਆਪਾਂ ਗੱਲ ਕਰ ਸਕਦੇ ਹਾਂ ਕਿ ਇਹਨਾਂ ਨੇ ਇਸ ਪਰਸਨ ਨੂੰ ਭੇਜਿਆ, ਪਰ ਇਹ ਪਰਸਨ ਜਿਹੜਾ ਹੈਗਾ ਇੰਡੀਆ ਨਹੀਂ ਲੱਭ ਸਕਿਆ। ਇਹ ਕੀ ਹੈ? ਕੇਪਸ ਆਫ ਗੁੱਡ, ਸਾਊਥ ਅਫਰੀਕਾ ਦੀ ਜਗ੍ਹਾ, ਇੱਕ ਹੋਪ, ਇੱਕ ਜਗ੍ਹਾ ਹੈਗੀ ਹੈ। ਇਸ ਜਗ੍ਹਾ ਤੋਂ ਜਿਹੜਾ ਹੈਗਾ ਇਹ ਵਾਪਸ ਚਲਾ ਗਿਆ। ਕਿੱਥੇ? ਕੇਪਸ ਆਫ ਗੁੱਡ ਹੋਪ, ਸਾਊਥ ਅਫਰੀਕਾ ਦੇ ਦੱਖਣੀ ਭਾਗ ਵਿੱਚ ਹੈ। ਸਾਊਥ ਅਫਰੀਕਾ ਦੇ ਦੱਖਣੀ ਭਾਗ ਵਿੱਚ ਹੈ। ਇਹ ਪਰਸਨ ਇੱਥੋਂ ਵਾਪਸ ਚਲਾ ਗਿਆ। ਪਰ ਪ੍ਰਿੰਸ ਹੈਨਰੀ ਨੇ ਹਾਰ ਨਹੀਂ ਮੰਨੀ ਤੇ ਸੈਕਿੰਡ ਅਟੈਂਪਟ ਹੁਣ ਕਿਹਨੂੰ ਭੇਜਿਆ? ਉਹਨਾਂ ਨੇ ਵਾਸਕੋ ਡੀ ਗਾਮਾ। ਸੈਕਿੰਡ ਅਟੈਂਪਟ ਉਹਨਾਂ ਨੇ ਕਿਹਨੂੰ ਭੇਜਿਆ? ਵਾਸਕੋ ਡੀ ਗਾਮਾ ਨੂੰ ਭੇਜਿਆ। ਵਾਸਕੋ ਡੀ ਗਾਮਾ ਵੀ ਕਿੱਥੋਂ ਹੀ ਆਇਆ? ਕੇਪਸ ਆਫ ਗੁੱਡ ਤੱਕ ਪਤਾ ਸੀ ਉਹਨਾਂ ਨੂੰ, ਗੁੱਡ ਹੋਪ ਤੱਕ ਉਹਨਾਂ ਨੂੰ ਪਤਾ ਸੀ ਜਗ੍ਹਾ, ਠੀਕ ਹੈ। ਇਸ ਰਾਹੀਂ ਹੁੰਦੇ ਹੋਏ ਗੁਜਰਾਤ ਦੇ ਅਹਿਮਦ ਦੀ ਹੈਲਪ ਨਾਲ ਇਹ ਕਿੱਥੇ ਪਹੁੰਚ ਗਿਆ? ਇਹ ਕਿੱਥੇ ਪਹੁੰਚ ਗਿਆ? ਇੰਡੀਆ ਦੇ ਵਿੱਚ ਪਹੁੰਚ ਗਿਆ। ਕਿੱਥੇ ਪਹੁੰਚ ਗਿਆ? ਕਾਲੀਕਟ ਦੀ ਪਹਾੜੀਆਂ ਦੇ ਉੱਪਰ ਪਹੁੰਚਿਆ, ਜਿੱਥੇ ਇਹਦਾ ਸਵਾਗਤ ਇੰਡੀਆ ਦੇ ਵਿੱਚ ਜਿਹੜਾ ਕਲਕੱਤਾ ਦਾ ਰਾਜਾ, ਉਦੋਂ ਰਾਜਾ ਸੀਗਾ ਕਾਲੀਕਟ ਦੇ ਵਿੱਚ, ਕਲਕੱਤਾ ਦੇ ਵਿੱਚ ਜਮੋਰੀਨ, ਉਹਨੇ ਇਹਦਾ ਨਿੱਘਾ ਸਵਾਗਤ ਕੀਤਾ। ਤੇ ਕਦੋਂ ਪਹੁੰਚਿਆ? 20 ਮਈ 1498 ਦੇ ਵਿੱਚ ਇਹ ਕਿੱਥੇ ਪਹੁੰਚ ਗਿਆ? ਇੰਡੀਆ। ਹੁਣ ਇੱਕ ਸਟੋਰੀ ਇਹਨਾਂ ਨਾਲ ਜੁੜੀ ਹੋਈ ਹੈ ਕਿ ਜਦੋਂ ਕੇਪਸ ਆਫ ਗੁੱਡਸ ਦੇ ਵਿੱਚ ਸੀਗਾ, 3 ਬੋਟਸ ਲੈ ਕੇ ਆਇਆ ਸੀ, ਵਪਾਰੀ ਸੀਗਾ, ਉੱਥੇ ਲੜਾਈਆਂ ਹੋ ਗਈਆਂ ਸੀਗੀਆਂ, ਜਿੱਥੇ ਇਹਨਾਂ ਦੇ ਜਿਹੜੇ ਪਰਸਨ ਸੀਗੇ, ਇਹ ਜਿਹੜੇ ਇਹਦੇ ਨਾਲ ਦੇ ਸਾਥੀ ਸੀ, ਨਾਲ ਦੀਆਂ ਬੋਟਸ ਜਿਹੜੀਆਂ ਹੈਗੀਆਂ ਸੀਗੀਆਂ, ਉਹ ਇੱਥੋਂ ਅਲੱਗ ਹੋ ਗਈਆਂ ਸੀਗੀਆਂ। ਤੇ ਬਸ ਇੱਕ ਬੋਟ ਦੇ ਵਿੱਚ ਅਹਿਮਦ ਦੀ ਮਦਦ, ਗੁਜਰਾਤ ਦਾ ਜਿਹੜਾ ਵਪਾਰੀ ਸੀ ਅਹਿਮਦ, ਜਿਹੜਾ ਕੇਪਸ ਆਫ ਗੁੱਡ ਵਿੱਚ ਗਿਆ ਹੋਇਆ ਸੀਗਾ, ਉਹਦੀ ਮਦਦ ਨਾਲ ਇਹ ਇੰਡੀਆ ਦੇ ਵਿੱਚ ਪਹੁੰਚ ਗਿਆ। ਬਾਅਦ ਵਿੱਚ ਉਹ ਵਾਟਸ ਮਿਲ ਗਈਆਂ। ਇਹ ਇੱਕ ਸਟੋਰੀ ਇਹਦੇ ਨਾਲ ਜੁੜੀ ਹੋਈ ਹੈ। ਚਲੋ, ਤਾਂ ਹੁਣ ਆਪਾਂ ਗੱਲ ਕਰਦੇ ਹਾਂ ਕਿ ਜੇ ਤੁਹਾਡਾ ਕੁਐਸਚਨ ਦੇਖੋ, ਹੁਣ ਤੁਹਾਡਾ ਕੁਐਸਚਨ ਬਣ ਸਕਦਾ ਹੈ ਕਿ ਪਹਿਲੇ ਅਟੈਂਪਟ ਦੇ ਵਿੱਚ ਕੌਣ ਆਇਆ? ਕਿਹਨੂੰ? ਪੋਰਤੁਗੀਜ਼ ਜਿਹੜਾ ਰਾਜਾ, ਪਹਿਲਾ ਰਾਜਾ ਕਿਹਨੇ ਭੇਜਿਆ? ਤਾਂ ਪ੍ਰਿੰਸ ਨੇ ਭੇਜਿਆ, ਪ੍ਰਿੰਸ ਹੈਨਰੀ ਨੇ ਭੇਜਿਆ, ਠੀਕ ਹੈ, ਜਿਹਦਾ ਨਾਮ ਕਿਹਨੂੰ ਕੀ ਬੋਲਦੇ ਆ? ਦਾ ਹੈਨਰੀ ਦਾ ਨੈਵੀਏਟਰ ਬੋਲਦੇ ਆ, ਠੀਕ ਹੈ। ਪਹਿਲਾਂ ਸਭ ਤੋਂ ਪਹਿਲਾਂ ਕਿਹਨੂੰ ਭੇਜਿਆ? ਤਾਂ ਬਾਰਥੋਲੋਮਿਊ ਡਾਇਸ ਨੂੰ ਭੇਜਿਆ। ਕਦੋਂ ਭੇਜਿਆ? 1487 ਦੇ ਵਿੱਚ ਭੇਜਿਆ। ਸੈਕਿੰਡ ਅਟੈਂਪਟ ਕਿਹਨੂੰ ਭੇਜਿਆ? 97 ਦੇ ਵਿੱਚ ਉਹਨਾਂ ਨੇ ਭੇਜਿਆ ਸੀਗਾ, ਕਿਹਨੂੰ?
ਵਾਸਕੋ ਡਿਗਾਮਾ ਨੂੰ ਭੇਜਿਆ ਸੀ, ਜਿਨੇ 20 ਮਈ 1498 ਨੂੰ ਕੀ ਕਰ ਲਿਆ ਸੀਗਾ, ਭਾਰਤ ਵਿੱਚ ਜਿਹੜਾ ਹੈਗਾ ਪੈਰ ਰੱਖਿਆ ਸੀਗਾ, ਭਾਰਤ ਨੂੰ ਲੱਭ ਰਿਹਾ ਸੀ। ਕਿਹਦੀ ਮਦਦ ਨਾਲ? ਕਿਹਦੀ ਮਦਦ ਨਾਲ? ਅਹਿਮਦ ਦੀ ਮਦਦ ਨਾਲ। ਕਿਹਦੀ ਮਦਦ ਨਾਲ? ਅਹਿਮਦ ਦੀ ਮਦਦ ਨਾਲ, ਜੋ ਕਿ ਸੀਗਾ ਗੁਜਰਾਤੀ ਸੀਗਾ, ਗੁਜਰਾਤੀ ਵਪਾਰੀ ਜਾਂ ਯਾਤਰੀ ਕਹਿ ਸਕਦੇ ਹੋ, ਉਹਦੀ ਮਦਦ ਨਾਲ। ਇਹਦਾ ਜਿਹੜਾ ਆਪਾਂ ਗੱਲ ਕਰੀਏ ਵਾਸਕੋ ਡਿਗਾਮਾ ਦੀ ਗੱਲ ਕਰੀਏ, ਆਪਾਂ ਡਿਟੇਲ ਕਰਾਂਗੇ ਪੂਰਾ, ਇਸ ਪਰਸਨ ਦੀ ਹਿਸਟਰੀ ਪੂਰੀ ਡਿਟੇਲ ਸਮਝਾਂਗੇ। ਪਹਿਲਾਂ ਬੇਸਿਕ ਸਮਝ ਲਓ, ਪੂਰੀ ਡਿਟੇਲ ਕਰਾਂਗੇ ਆਪਾਂ ਕਿ ਇਹਦੇ ਵਿੱਚ ਕੀ ਕੁਛ ਹੈ। ਜੇ ਮੈਂ ਵਾਸਕੋ ਡਿਗਾਮਾ ਦੀ ਗੱਲ ਕਰਦਾ ਤਾਂ ਇਹ ਮੰਨਿਆ ਜਾਂਦਾ ਹੈ, ਕਹਿੰਦੇ ਕਿ ਵਾਸਕੋ ਡਿਗਾਮਾ ਨੇ ਇੱਥੇ ਮਸਾਲੇ ਖਰੀਦੇ ਸੀ ਉਹਨਾਂ ਨੇ, ਤੇ ਉਹਨਾਂ ਨੇ ਬਹੁਤ 60 ਟਾਈਮਸ ਜਿਹੜਾ ਸਮਾਨ ਜਾ ਕੇ ਵੇਚਿਆ। ਤਿੰਨ ਵਾਰੀ ਆਇਆ, ਯਾਦ ਰੱਖਿਓ, ਮੈਂ ਕੀ ਕਰਾਉਂਗਾ ਤੁਹਾਨੂੰ ਡਿਟੇਲ। 3 ਵਾਰੀ ਆਇਆ ਵਾਸਕੋ ਡਿਗਾਮਾ ਇੰਡੀਆ ਦੇ ਵਿੱਚ, ਤੇ ਇਹ ਉਹ ਪਰਸਨ ਹੈ ਵਾਸਕੋ ਡਿਗਾਮਾ ਜਿਹਦੀ ਡੈਥ ਇੰਡੀਆ ਦੇ ਵਿੱਚ ਹੀ ਹੋਈ ਹੈ। ਠੀਕ, ਹੁਣ ਇਹਨੂੰ ਲਾਭ ਹੋਇਆ। ਹੁਣ ਵਾਸਕੋ ਡਿਗਾਮਾ ਨੂੰ ਅਦਰ ਲੜਾਈਆਂ ਵੀ ਲੜਨੀਆਂ ਪਈਆਂ। ਕਿਉਂ? ਕਿਉਂਕਿ ਹੁਣ ਅਰਬ ਜਿਹੜੇ ਟ੍ਰੇਡ ਕਰਦੇ ਸੀ ਉਹਨਾਂ ਦਾ ਵਪਾਰ ਖਤਮ ਹੋ ਗਿਆ, ਕਿਉਂਕਿ ਸਿੱਧਾ ਲੋਕ ਆਉਣ ਸ਼ੁਰੂ ਹੋ ਗਏ। ਠੀਕ ਹੈ, ਤਾਂ ਇਸ ਕਰਕੇ ਉਹਨਾਂ ਨੇ ਵਿਰੋਧ ਕੀਤਾ ਤਾਂ ਯੁੱਧ ਸ਼ੁਰੂ ਹੋ ਗਏ ਤਾਂ ਉਹਨਾਂ ਨੂੰ ਲੱਗਣਾ ਸ਼ੁਰੂ ਹੋਇਆ, ਹਰੇਕ ਦੇਸ਼ ਨੂੰ ਲੱਗਣਾ ਸ਼ੁਰੂ ਹੋ, ਪਹਿਲਾਂ ਇਹ ਤਾਂ ਇਕੱਲੀ ਪੋਰਤਗੀਜ਼ ਹੈ, ਤਾਂ ਇਹਨੂੰ ਲੱਗਣਾ ਸ਼ੁਰੂ ਹੋਇਆ ਕਿ ਇੱਥੇ ਗਵਰਨੈਂਸ ਦੀ ਲੋੜ ਹੈ। ਇਸੇ ਕਰਕੇ ਇੱਥੇ ਇੱਕ ਕੰਪਨੀ ਐਸਟੈਬਲਿਸ਼ ਕਰਤੀ ਉਹਨਾਂ ਨੇ 1498 ਦੇ ਵਿੱਚ। ਠੀਕ ਹੈ, 1498 ਦੇ ਵਿੱਚ ਇੱਕ ਕੰਪਨੀ ਐਸਟੈਬਲਿਸ਼ ਕਰਤੀ ਇਹਨਾਂ ਨੇ। ਹੁਣ ਬਾਅਦ ਵਿੱਚ ਅਸੀਂ ਅੱਗੇ ਕੀ ਦੇਖਾਂਗੇ, ਹੁਣ ਨਵੇਂ ਗਵਰਨਰਸ ਆਣਗੇ। ਠੀਕ ਹੈ, ਤਾਂ ਹੁਣ ਇਹਦੇ ਇੱਕ ਬੇਸਿਕ ਕੁਐਸਚਨਸ ਕੁਝ ਬਣਦੇ ਆ, ਉਹਨਾਂ ਨੂੰ ਵੀ ਨੋਟ ਕਰ ਲਓ। ਦੇਖੋ ਕਿ ਫਸਟ ਸੈਂਟਰ, ਜੇ ਕੁਐਸਚਨ ਆਏਗਾ ਫਸਟ ਸੈਂਟਰ ਪੋਰਤਗੀਜ਼ ਦਾ ਕਿੱਥੇ ਸੀ, ਤਾਂ ਕਿੱਥੇ ਸੀ? ਕੋਚੀਨ, ਜਿਹੜਾ ਕੇਰਲਾ ਦੇ ਵਿੱਚ ਹੈ, ਕਦੋਂ ਸੀਗਾ? 1503 ਦੇ ਵਿੱਚ ਸਥਾਪਿਤ ਕੀਤਾ ਸੀ। ਫਸਟ ਇਹਨਾਂ ਨੇ ਕਿੱਥੇ ਕੀਤਾ ਸੀਗਾ? ਕੇਰਲਾ ਦੇ ਵਿੱਚ ਕੀਤਾ ਸੀਗਾ 1503 ਦੇ ਵਿੱਚ। ਆਪਣਾ ਪਹਿਲਾ ਇਹਨਾਂ ਨੇ ਜਿਹੜੀ ਹੈਗੀ ਫੈਕਟਰੀ ਲਗਾਈ ਸੀ। ਫੈਕਟਰੀ ਦਾ ਮਤਲਬ ਇਹ ਨਹੀਂ ਸੀ ਕੁਝ, ਇੱਕ ਰੂਮ ਵਾਂਗੂ ਕਹਿ ਸਕਦੇ ਸੀ, ਸਾਰਾ ਇਹ ਆਪਣਾ ਜਗ੍ਹਾ ਸਮਾਨ ਰੱਖਦੇ ਆ। ਠੀਕ ਹੈ, ਸੈਕਿੰਡ ਕਿੱਥੇ ਲਗਾਈ ਹੈ ਫੈਕਟਰੀ? ਸੈਕਿੰਡ ਸੈਂਟਰ ਇਹਨਾਂ ਨੇ ਕਿਹੜਾ ਬਣਾਇਆ ਸੀਗਾ? ਕਨੌਰ। ਇਹ ਵੀ ਕਿੱਥੇ ਹੈ? ਕੇਰਲਾ ਦੇ ਵਿੱਚ ਹੀ ਹੈ। ਇੱਥੇ ਕਦੋਂ ਸਟੈਬਲਿਸ਼ ਕੀਤੀ ਹੈ? 1505 ਦੇ ਵਿੱਚ ਕੀਤੀ ਹੈ। ਠੀਕ ਹੈ, ਕਿੱਥੇ ਕੀਤੀ ਹੈ? 1505। ਹੁਣ ਜੇ ਕੁਐਸਚਨ ਆਏਗਾ ਕਿ ਫਸਟ ਗਵਰਨਰ ਕੌਣ ਸੀਗਾ, ਤਾਂ ਕੌਣ ਸੀਗਾ? ਫ੍ਰਾਂਸਿਸਕੋ ਡੇ ਅਲਮੇਡਾ। ਕੌਣ ਸੀਗਾ? ਫ੍ਰਾਂਸਿਸਕੋ ਦ ਅਲਮੇਡਾ। ਇਹ ਵੀ ਕਦੋਂ ਆਇਆ ਹੈ? 1505 ਦੇ ਵਿੱਚ ਆਇਆ। ਕਲੀਅਰ? ਤਾਂ ਹੁਣ ਇਹ ਤਾਂ ਹੋ ਗਿਆ ਚਲੋ ਬੇਸਿਕ ਗੱਲਾਂ, ਹਜੇ ਆਪਾਂ ਡਿਟੇਲ ਕਰਾਂਗੇ, ਸਾਰੇ ਗਵਰਨਰਸ ਕਰਾਂਗੇ, ਉਹਨਾਂ ਦੀ ਅੱਗੇ ਡਿਟੇਲ ਕਰਾਂਗੇ। ਹੁਣ ਇੱਕ ਇਹ ਵੀ ਕੁਐਸਚਨ ਬਣਦਾ ਹੈ ਕਿ ਜਦੋਂ ਪੋਰਤਗੀਜ਼ ਜਿਹੜੇ ਹੈਗੇ ਆ ਪੋਰਤਗੀਜ਼ ਈਸਟ ਇੰਡੀਆ ਕੰਪਨੀ ਐਸਟੈਬਲਿਸ਼ ਹੋਈ ਇੰਡੀਆ ਦੇ ਵਿੱਚ, ਉਸ ਸਮੇਂ ਪੁਰਤਗਾਲ ਦੇ ਵਿੱਚ ਰੂਲਰ ਕੌਣ ਸੀਗਾ? ਇਹ ਮੈਂ ਇੰਡੀਆ ਦੇ ਵਿੱਚ ਰੂਲਰ ਦੀ ਗੱਲ ਨਹੀਂ ਕਰ ਰਿਹਾ, ਮੈਂ ਕਿਹਦੀ ਗੱਲ ਕਰ ਰਿਹਾ ਬੱਚੇ? ਪੁਰਤਗਾਲ ਦੇ ਵਿੱਚ ਰੂਲਰ ਕੌਣ ਸੀਗਾ? ਤਾਂ ਰੂਲਰ ਹੈਨਰੀ ਨਾਲ ਲਿਖ ਦਿਓ, ਰੂਲਰ ਨਹੀਂ ਸੀਗਾ ਹੈਨਰੀ। ਠੀਕ ਹੈ, ਸੈਮੂਅਲਸ ਪ੍ਰਥਮ ਸੀਗਾ, ਮੈਨੂਅਲਸ ਫਸਟ। ਇਹ ਕੌਣ ਸੀਗਾ? ਮੈਨੂਅਲ ਫਸਟ ਜਿਹੜਾ ਸੀਗਾ ਇਹ ਰੂਲਰ ਸੀ ਉਸ ਸਮੇਂ। ਤੇ ਪ੍ਰਿੰਸ ਕੌਣ ਸੀਗਾ? ਤਾਂ ਪ੍ਰਿੰਸ ਆਪਾਂ ਗੱਲ ਕਰ ਸਕਦੇ ਹਾਂ ਡੌਨ ਹੈਨਰਿਚ, ਜਿਹਨੂੰ ਆਪਾਂ ਪ੍ਰਿੰਸ ਹੈਨਰੀ ਦਾ ਨੇਵੀਏਟਰ ਵੀ ਆਪਾਂ ਬੋਲ ਸਕਦੇ ਹਾਂ। ਕਲੀਅਰ? ਚਲੋ ਇਹ ਹੋ ਗਿਆ। ਹੁਣ ਆਪਾਂ ਪੁਰਤਗੀਜ਼ ਦੀ ਗੱਲ ਕਰ ਲਈ, ਹੁਣ ਇੰਡੀਆ 'ਚ ਵੀ ਦੇਖ ਲਈਏ ਕਿ ਜਦੋਂ ਪੁਰਤਗਾਲੀ ਆਏ ਤਾਂ ਉਸ ਸਮੇਂ ਕਿਹਦਾ ਸ਼ਾਸਨ ਸੀ ਇੰਡੀਆ ਦੇ ਵਿੱਚ? ਇੰਡੀਆ ਦੇ ਵਿੱਚ ਉਸ ਸਮੇਂ ਕਿਹਦਾ ਸ਼ਾਸਨ ਸੀਗਾ? ਦਿੱਲੀ ਸਲਤਨਤ। ਹਜੇ ਮੁਗਲ ਨਹੀਂ ਆਏ, ਮੁਗਲ ਤਾਂ ਆਪਾਂ 26 ਦੇ ਵਿੱਚ ਗੱਲ ਕਰਾਂਗੇ। ਠੀਕ ਹੈ ਨਾ, ਉਸ ਸਮੇਂ ਕਿਹਦਾ ਸ਼ਾਸਨ ਸੀਗਾ? ਦਿੱਲੀ ਸਲਤਨਤ ਵੀ ਸੀਗਾ। ਦਿੱਲੀ ਸਲਤਨਤ ਵਿੱਚ ਕੌਣ ਸੀਗਾ? ਸਿਕੰਦਰ ਲੋਧੀ।
कौन सीगा बच्चे? सिकंदर लोधी दा राजा राज सीगा। ठीक है, ਇਹਦੀ एक कविता बड़ी मशहूर है, इन्होंने एक कविता लिखी है गुल रुखी नाम की कविता, काफी मशहूर है सिकंदर लोधी दी। लोधी वंश का राजा सीगा, लोधी वंश का राज सीगा सिकंदर लोधी। जे मैं ਇਹਦੇ पैरलर समकालीन की गल करा तो होर की चल रहा है? विजयनगर चल रहा है। पढ़िया है ना हरिहर बुक्का वाला, विजयनगर का है। तो विजयनगर एम्पायरमेंट चल रहा है जिहदे विच उस समय राज किहदा सीगा? उस समय राज किहदा सीगा, मतलब शासक कौन सीगा? नरसिंह टू। कौन सीगा? नरसिंह टू उस समय विजयनगर का एम्पायरमेंट सीगा। ते जे मैं गल करा गुजरात दी, तां गुजरात दे विच कौन सीगा? महमूद बेगड़ा। महमूद बेगड़ा। इन्हां दा जिहड़ा हैगा शासन उस समय चल रहा सी, मतलब ये समकालीन सीगे उस समय दे। आपां इन्हां नूं समकालीन कह सकदे हां कि ये सारे समकालीन सी, बराबर मतलब पैरेलल चल रहे सी। आपां सारिआं दे राजे डिस्कस कर लए, आपां सारिआं नूं डिस्कस कर लिया कि बराबर बराबर चल रहे सी, इहदे विच आह चीज़ आएगी, इहदे विच आह चीज़ हो सकदी है। नैक्सट हुण आपां थोड़ी डिटेल समझदे हां, आपां गल करदे हां वास्को डी गामा दी। थोड़ा जिहा समझ लईए, आपां किहदी गल करदे हां? वास्को डी गामा बारे थोड़ा जिहा पढ़ लैंदे हां कि वास्को डी गामा किस चीज़ नूं लैके गल करदा सी, किवें इहनूं बेनीफिट होया, किवें एक छोटे मर्चेंट तो वड्डा मर्चेंट बन गया। पहलां तुहानूं इह तां दस ही दित्ता, आपां पहलां गल कर ही चुके हां कि 20 मई 1498 कालीकट दे राहीं जहाज दे राहीं ठीक है, कालीकट दी पहाड़ियां ते आया सीगा। कई बार ना क्वेश्चन आया था कि जहाज का नाम की सीगा, जिवें आंदा ना अंग्रेजां दा रेड ड्रैगन। ठीक है, तो लिख लो शिप साओ गैब्रियल। ठीक है, की नाम सी जहाज का, जिस जहाज विच वास्को डी गामा आया सीगा? शिप्सो गैब्रियल इस नाम सी जहाज का। केप्स ऑफ गुड्स कित्थों होके आया है? आपां पिछे गल करके हटे हैं, केप्स ऑफ गुड्स होप, जिहड़ी आपां पहलां गल की कीती है कि साउथ अफ्रीका भी सीगा। ठीक है, उत्थे इहनूं अहमद मिलिया, उत्थे इहनूं कौन मिलिया? अहमद मिलिया। ते अहमद ने कित्थे ले आया इहनूं? कालीकट विच ले आया, जिथे राजा कौन सीगा? कालीकट दा राजा उस समय कौन सीगा? जमोरीन। ठीक है, आप पूरी समझ रहे हैं कि जमोरीन राजा सीगा जिहड़ा सीगा। ठीक है, उन्हें उहदा निघा स्वागत किया, जिथों ये बहुत खुश होया। ठीक है, इन्हां ने भेट दे विच उन्हें जहाज भी दिता सीगा, बाद विच उन्होंने वापस किया जिदों समान ना भरता सी। एक स्टोरी जुड़ी हुई है। क्लियर? हुण इस तों इलावा आंदा हुंदा क्वेश्चन कि इन्हां दा विरोध विरोध किहने कीता? तां विरोध किहने कीता? अरब मर्चेंट ने कीता। जिहड़े भी अरब मर्चेंट सीगे उन्हां ने की कीता? इहदा विरोध कीता। हुण मेरे काम दे विच कोई दूसरा आएगा तो विरोध करांगे, पर इन्हां ने विरोध की परवाह नहीं की, उन्होंने खत्म करते हुए। ठीक है, ये अपना मसाले इत्थों भर के लै गया ते इहनूं बेनीफिट कितना होया उत्थे जाके, मतलब 1 रुपए चीज़ 60 रुपए की बेची नहीं, तो एक बहुत वड्डा व्यापारी बन गया। ठीक है, हुण 1502 दे विच देखो, ध्यान नाल देखो, पहला 1498 च आया, ये दोबारा भारत आया। दोबारा कित्थे आ गया? भारत विच दोबारा इंडिया दे विच आया। क्लियर? थर्ड वार 1524 दे विच 1524 दे विच ये दोबारा फिर थर्ड टाइम इंडिया दे विच 1524 विच आया। तो याद रखियो जे पहली फैक्ट्री पुछ लैणगे तो 1503 दे विच पहली फैक्ट्री लगी। आपां पिछे गल करके हटे हैं, कोची दे विच पहली फैक्ट्री लगी। जदों ये थर्ड टाइम इंडिया दे विच आया तां उसे 24 दिसंबर उसे साल 1524 दे विच इंडिया दे विच इहदी की होगी? डेथ होगी। इंडिया दे विच ही इहदी डेथ होगी। जे होर डिटेल पुछन वैसे पुछदे नहीं हुंदे, कित्थे होई है? कोचीन च डेथ हुई है, जिहड़ा कि कित्थे है? केरला दे विच है, जिहड़ी कि कित्थे है बच्चे? केरला दे विच है। ठीक है, तो आपां काफी डिटेल समझे, इहदे बारे काफी समझा कि की चीज़ है। इन्हां ने वास्को डी गामा ने की कीता। देखो कॉम्पिटिटिव एग्जाम ज्यादा डिटेल नहीं पूछते, पर जे तुसीं यूजीसी नेट की तैयारी कर रहे हो तो यूजीसी नेट हिस्टरी की तैयारी कर रहे हो तो ਉਹਦੇ ਵਿੱਚ ਤੁਹਾਨੂੰ ਇਹ डिटेल ਦੇ ਵਿੱਚੋਂ क्वेश्चन आने चांसेस ਹੁੰਦੇ है। नहीं तो
SSC ਵੀ ਜ਼ਿਆਦਾ SSC ਦੀ ਗੱਲ ਕਰੀਏ ਜਾਂ ਮਾਸਟਰ ਕੈਡਰ ਦੀ ਗੱਲ ਕਰੀਏ ਤਾਂ ਵੱਧ ਤੋਂ ਵੱਧ ਪੁੱਛ ਲੈਣਗੇ ਕਿੰਨੇ ਟਾਈਮ ਆਇਆ, ਕਿਹੜਾ ਕਿਹੜਾ ਈਅਰ ਸੀਗਾ, ਠੀਕ ਹੈ, ਵਿਰੋਧ ਕਿਹਨੇ ਕੀਤਾ, ਛੋਟੇ ਹੋਏ, ਮਤਲਬ ਇੰਨੀ ਡਿਟੇਲ, ਜਿੰਨੀ ਆਪਾਂ ਡਿਟੇਲ ਕਰ ਰਹੇ ਹਾਂ ਇੰਨੀ ਡਿਟੇਲ ਦੇ ਵਿੱਚ ਕੁਐਸਚਨਸ ਨਹੀਂ ਪੁੱਛੇ ਜਾਂਦੇ ਜੇ ਮੈਂ ਨਾਰਮਲ ਐਗਜ਼ਾਮਸ ਦੀ ਗੱਲ ਕਰਾਂ। ਚਲੋ ਹੁਣ ਆਪਾਂ ਗੱਲ ਕਰਦੇ ਹਾਂ, ਚਲੋ ਇਹ ਤਾਂ ਹੋ ਗਿਆ ਵਾਸਕੋ ਡੀ ਗਾਮਾ। ਹੁਣ ਆਪਾਂ ਗੱਲ ਕਰਦੇ ਹਾਂ ਫਸਟ ਜਿਹੜਾ ਗਵਰਨਰ ਬਣਿਆ ਸੀਗਾ, ਫ੍ਰਾਂਸਿਸਕੋ ਡੀ ਅਲਮੇਡਾ। ਫ੍ਰਾਂਸਿਸਕੋ ਡੀ ਅਲਮੇਡਾ ਜਿਹੜਾ ਪਹਿਲਾ ਗਵਰਨਰ, ਇਹਨੂੰ ਇਹਦੇ ਲਈ ਕੀ ਕੁਝ ਹੋਏਗਾ, ਫਸਟ ਗਵਰਨਰ, ਠੀਕ ਹੈ, ਪਹਿਲਾ ਇਹਦੇ ਲਈ ਕੀ ਹੈ, ਫਸਟ ਗਵਰਨਰ। ਕਦੋਂ ਆਇਆ, 1505 ਦੇ ਵਿੱਚ ਅਰਾਈਵ ਹੋਇਆ, ਠੀਕ ਹੈ, 1505। ਤੇ ਇਹਦੀ ਇੱਕ ਪਾਲਿਸੀ ਬੜੀ ਮਸ਼ਹੂਰ ਹੈ ਬੱਚੇ, ਬਲੂ ਵਾਟਰ, ਬੜੀ ਵਾਰੀ ਕੁਐਸਚਨ ਆਇਆ। ਇਹਨਾਂ ਨੇ ਇੱਕ ਪਾਲਿਸੀ ਅਪਣਾਈ ਸੀ, ਬਲੂ ਵਾਟਰ ਪਾਲਿਸੀ। ਜਿਵੇਂ ਐਗਜ਼ਾਮਪਲ ਦੇਣਾ, ਦੇਖੋ ਜਿਵੇਂ ਆ ਇੰਡੀਆ ਹੈ, ਠੀਕ ਹੈ, ਆ ਸਾਰਾ ਕੀ ਹੈ, ਇਹਨੂੰ ਸਮੁੰਦਰ ਲੱਗਦਾ, ਠੀਕ ਹੈ, ਤਾਂ ਇਹਨਾਂ ਨੇ ਕੀ ਸੀਗਾ, ਇਹਨਾਂ ਨੇ ਪਾਲਿਸੀ ਬਣਾਈ ਤਾਂ ਕਿ ਇਹ ਸਾਰਾ ਜਿਹੜਾ ਸਮੁੰਦਰੀ ਇਲਾਕਾ ਹੈ, ਸਮੁੰਦਰੀ ਏਰੀਆ ਹੈ, ਇਹਦੇ ਤੇ ਇਹਨਾਂ ਦਾ ਏਕਾਧਿਕਾਰ ਸਥਾਪਿਤ ਹੋ ਜਾਏ। ਏਕਾਧਿਕਾਰ ਨੂੰ ਜਮਾਉਣ ਦੇ ਲਈ ਇਹਨਾਂ ਨੇ ਇਹ ਪਾਲਿਸੀ ਦੀ ਸਥਾਪਨਾ ਕੀਤੀ ਸੀ, ਜਿਹੜੀ ਕਿ ਕਾਫੀ ਮਸ਼ਹੂਰ ਹੈ। ਇਹਨਾਂ ਦੀ ਫ੍ਰਾਂਸਿਸਕੋ ਦੀ ਅਲਮੇਡਾ ਲਈ ਇੰਨਾ ਕੀ ਮੈਕਸਿਮਮ ਜਿਹੜੇ ਇਹ ਕੁਐਸਚਨ ਪੁੱਛੇ ਜਾ ਸਕਦੇ। ਹੁਣ ਆਪਾਂ ਗੱਲ ਕਰਦੇ ਹਾਂ ਸੈਕਿੰਡ ਗਵਰਨਰ, ਅਲਫਾਂਸੋ ਡੀ ਐਲਬੁਰਕ। ਬਹੁਤ ਇੰਪੋਰਟੈਂਟ ਪਰਸਨ ਹੈ ਬੱਚੇ, ਲਿਖ ਲਓ, ਅਲਫਾਂਸੋ ਡੀ एल्ब्रुक, ठीक है, अल्फांसो डी एल्ब्रुक बहुत इंपॉर्टेंट पर्सन है, जिन्होंने की कहते हैं सेकंड गवर्नर, सेकंड गवर्नर। ते इन्हां लई एक वर्ड यूज किया जाता है, रियल फाउंडर, रियल फाउंडर ऑफ पोर्तुगीज पावर, ठीक है। जे क्वेश्चन आ रहा है रियल फाउंडर ऑफ पोर्तुगीज पावर, तो आंसर क्या आएगा, अल्ब्रुक, ठीक है। अल्ब्रुक ਜਿਹੜਾ ਸੀਗਾ ਉਹਨਾਂ ਨੂੰ ਰੀਅਲ ਫਾਊਂਡਰ ਮੰਨਿਆ ਜਾਂਦਾ। ਕਿਉਂ ਇਹਨਾਂ ਨੇ, ਦੇਖੋ ਕਿਉਂ ਇਹਨਾਂ ਨੂੰ ਰੀਅਲ ਫਾਊਂਡਰ ਮੰਨਿਆ ਜਾਂਦਾ, ਕਿਉਂਕਿ ਇਹਨਾਂ ਨੇ ਹੁਣ ਅਦਰ ਸਟੇਟਸ ਦੇ ਉੱਪਰ ਕਬਜ਼ਾ ਕਰਨਾ ਸ਼ੁਰੂ ਕਰਤਾ। ਜਿਵੇਂ ਸਭ ਤੋਂ ਇੰਪੋਰਟੈਂਟ ਹੈਗਾ ਗੋਆ, 1510, ਬੜਾ ਇੰਪੋਰਟੈਂਟ ਹੈ ਗੋਆ 1510, ਜਿਹੜਾ ਕਿ ਬੀਜਾਪੁਰ ਦਾ ਜਿਹੜਾ ਰਾਜਾ ਸੀਗਾ ਯੂਸਫ ਸ਼ਾਹ, ਉਹਨਾਂ ਤੋਂ ਲਿਆ ਸੀ ਇਹਨਾਂ ਨੇ, ਠੀਕ ਹੈ। ਨੈਕਸਟ ਮੁਕਲਾ, ਜਿਹੜਾ ਕਿ 1511 ਦੇ ਵਿੱਚ ਇਹਨਾਂ ਨੇ ਪ੍ਰਾਪਤ ਕੀਤਾ। ਹੋਮੂਰਜ 1515 ਦੇ ਵਿੱਚ ਇਹਨਾਂ ਨੇ ਇਸ ਚੀਜ਼ ਨੂੰ ਇਹਨਾਂ ਨੇ ਜਿਹੜਾ ਹੈਗਾ ਪ੍ਰਾਪਤ ਕੀਤਾ। ਤਾਂ ਇਸ ਕਰਕੇ ਇਹਨਾਂ ਨੂੰ ਬੋਲਿਆ ਜਾਂਦਾ ਰੀਅਲ ਫਾਊਂਡਰ। ਪਰ ਦੇਖੋ ਇਹਨਾਂ ਨੇ ਗੋਆ ਨੂੰ ਕੋਈ ਰਾਜਧਾਨੀ ਸੈਂਟਰ ਨਹੀਂ ਬਣਾਇਆ, ਇਹਨਾਂ ਨੇ ਕੋਈ ਗੋਆ ਨੂੰ ਸੈਂਟਰ ਨਹੀਂ ਬਣਾਇਆ। ਸੈਂਟਰ ਇਹਨਾਂ ਦੇ ਟਾਈਮ ਤੇ ਕੌਣ ਸੀਗਾ, ਕੋਚੀਨ ਹੀ ਸੀਗਾ। ਸੈਂਟਰ ਉਸ ਸਮੇਂ ਕੋਚੀਨ ਹੀ ਸੀਗਾ ਬੱਚੇ, ਠੀਕ ਹੈ। ਸੈਂਟਰ ਅਗਲਾ ਜਿਹੜਾ ਅਗਲਾ ਆਊਗਾ। ਨੈਕਸਟ ਇਹਨਾਂ ਨੇ ਇੱਕ ਪਾਲਿਸੀ ਅਪਣਾਈ ਸੀ, ਕਿਹੜੀ, ਪਹਿਲਾਂ ਦੇਖੋ, ਪਹਿਲਾਂ ਆਪਾਂ ਜਦੋਂ ਗੱਲ ਕਰਦੇ ਹਾਂ ਐਲਮੇਡਾ ਦੀ, ਉਹਨਾਂ ਨੇ ਕਿਹੜੀ ਚਲਾਈ, ਬਲੂ ਵਾਟਰ। ਇਹਨਾਂ ਨੇ ਕਿਹੜੀ ਚਲਾਈ ਸੀ, ਮੈਰਿਜ ਪਾਲਿਸੀ विद इंडियन वोमेन। इन्होंने मैरिज पॉलिसी चलाई, इंडिया मतलब इंडियन वोमेन दे नाल इन्होंने मैरिज करनी शुरू की, घर स्थापित करनी शुरू हुए। ते सती प्रथा, सती प्रथा के उपर भी की लगाई, इन्होंने रोक लगाई, ठीक है। सती प्रथा को रोकने वाले एक परसन का नाम, आप जो सती प्रथा को रोक रहा परसन, उसका नाम अल्ब्रुक भी सीगा। अल्ब्रुक ने भी इस रोकने में हैल्प की सी, क्लियर। चलो इन्हों इन्ना ही है। थर्ड आप गल करिए, थर्ड गवर्नर की गल करिए, नीनो डी कुन्हा, नाइनो दी कन्हा। जो आप थर्ड की गल करते हैं, याद रखिए, देखो गोवा नूं जित्या, गोवा नूं जिवें जितण की गल करा तो जित्या किने सी, अल्ब्रुक ने जित्या सीगा, सैकेंड गवर्नर ने। जेकर मैं राजधानी की गल करा, जे मैं सेंटर या कैपिटल की गल करा, कैपिटल बनाने वाला कौन सीगा, नाइनो दे कुन्हा। इन्होंने जिहड़ा सीगा इनू कैपिटल बनाया, ठीक है। नैक्सट इन्हां लई एक चीज होर इंपोर्टेंट आती, देखो सैटलमेंट
in Hooghly and सेंट थॉमस कि इन्होंने सेंट थॉमस ते हुगली दे विच की बस्तियां दी स्थापना की। नैक्सट इन्हां लई होर की है देखो बेसिन ते ड्यू, इन्हां दे उपर भी इन्होंने की प्राप्त कर लिया, अधिकार स्थापित कर लिया, अधिकार कर लिया। ते इन्हां दी होर देखो देखो मेन मैं तुहानूं मेन में दस रहा, एक पर्सन का नाम सुनिया होगा तुसीं, बहादुर शाह। बहादुर शाह जिहड़ा गुजरात दा शासक सीगा, बहादुर शाह जिहड़ा की सीगा गुजरात दा शासक, ओहदी मौत भी इहदे टाइम पीरियड ते हुई है। हुण तुहानूं इह क्यों दस रहा क्योंकि इन्हां दा संबंध किहदे नाल है, हुमायूं नाल। इन्हां दा संबंध इस पर्सन दा बहादुर शाह दा संबंध किहदे नाल है, हुमायूं नाल है। जदों हुमायूं देखो बहादुर शाह जिहड़ा सीगा जदों हुमायूं गुजरात वाले पासे नूं गया, गुजरात अभियान ते निकलिया होया सीगा, तां उस समय बहादुर शाह भजदा होया, ठीक है, भजदा होया जिहड़ा हैगा किन्ना कोल आ गया, किन्ना कोल हेल्प मंगण आया, पोर्तुगीज कोल आया, पर पोर्तुगीज ने जहाज विच उहनूं की है मौत दे घाट उतार दिता। तां बहादुर शाह दा जे क्वेश्चन आएगा कि बहादुर शाह दी मौत दे समय पुर्तगाल दा किहड़ा राजा सीगा, तां कौन सीगा, नीनो दे कुन्हा जिहड़ा सीगा राजा सीगा। नैक्सट हुण आपां जे हुण गल करिए, चलो ये तां आपां नूं समझ आ गया। जे मैं कॉन्ट्रीब्यूशन की गल करा तां बड़ा इंपॉर्टेंट क्वेश्चन बनता है कि प्रिंटिंग प्रेस, जिहड़ी प्रिंटिंग प्रेस है इनू लैके आने वाले भी पोर्तुगीज सीगे। गोवा दे विच 1556 दे विच स्थापित करती सी फैक्ट्री दी, ठीक है, प्रिंटिंग प्रेस नू लैके आने वाले। जे मैं क्रॉप्स की गल करा, फसलों की गल करा तां तंबाकू, जे मैं गल करा क्रॉप्स की, तंबाकू, रेड पेपर, काली मिर्च, ठीक है, पपीता, पटैटो, टमैटो, कॉर्न, मक्की, मोशा जिन्हों आपां कहवा कहने आ, अमरूद, गावा, पाइनएप्पल, ठीक है, ये सब नू लैके आने वाले कौन सीगे, पोर्तुगीज। तुहानूं एक क्वेश्चन बन सकता है, ये याद कर लियो, ये तुहाडा क्वेश्चन बन सकता है कि केड़ी-केड़ी क्रॉप्स लैके आए पोर्तुगीज, ठीक है, केड़ी-केड़ी क्रॉप्स लैके आए पोर्तुगीज। इस तो इलावा देखो जिहड़ा शिपिंग नू बनाना, शिप बिल्डिंग आर्ट, ये भी कित्थों मिले आपां नूं, पोर्तुगीज तो ही मिले। इन्हां ने इस तो इलावा ईसाई धर्म का प्रचार, ईसाई धर्म का प्रचार किया ते पहली चर्च 1510 दे विच पहली चर्च, फर्स्ट चर्च, फर्स्ट चर्च जिहड़ी हैगी है एस्टैब्लिश करवाई, केड़ी सी, सेंट थॉमस जिहड़ी केरला दे विच है, सेंट थॉमस जिहड़ी कि केरला दे विच है। जे क्वेश्चन आएगा देखो ਇਹਦਾ पहला पादरी, जे क्वेश्चन आएगा फर्स्ट, आप बहुत डिटेल कर रहे हैं ताही अपन टाइम पर लग रहा है। देखो जे इन्हां दा क्वेश्चन आएगा फर्स्ट प्रीस्ट, पहला पादरी किहड़ा सीगा, तां लिख लो फ्रांसिस्को जोवियर। तो पहला पादरी कौन सीगा, फ्रांसिस्को जोवियर। देखो इस तो इलावा ये आर्कीटैक्चर किहड़ा, इस पीएस सॉरी ये जिहड़ा क्वेश्चन है ये यूजीसी नेट दे विच आया होया है। गॉथिक जिहड़ा सीगा आर्कीटैक्चर भी लैके आए, कला लैके आए। देखो किस तरह दी हुंदी सी, इस तरह ना बनिया हुंदा सी कुछ, ठीक है, इस तरह ना कुछ बनिया हुंदा सीगा। इत्थे की सी गेट सीगा, इस तरह उच्चे उच्चे दरवाजे, इस तरह की जिहड़ी कला सी, ठीक है। गॉथिक जिहड़ी आर्कीटैक्ट सीगा ये भी कौन लैके आए है, पोर्तुगीज ही लैके आए इंडिया दे विच, इंडिया दे विच पोर्तुगीज ही लैके आए।
ਨੈਕਸਟ, ਹੁਣ ਇੱਕ ਹੋਰ ਪਾਲਿਸੀ ਹੈ ਜਿਹੜੀ ਬੜੀ ਇੰਪੋਰਟੈਂਟ ਹੈ ਜਿਹੜੀ ਮੰਨਿਆ ਜਾਂਦਾ ਵੀ ਇਹਨਾਂ ਦੀ ਡਿਕਲਾਈਨ ਦਾ ਵੀ ਇੱਕ ਰੀਜ਼ਨ ਲਈ ਹੈ। ਕੀ ਆ ਉਹ? ਕਾਰਟੇਜ, ਆਰਮੀਡਾ, कॉनवे एंड पारेवी पॉलिसी। ठीक है, एक पॉलिसी देखो पोर्तुगीज ने एक पॉलिसी चलाई सी जिसका नाम की सीगा कार्टेज, आर्मेडा, कॉनवे एंड प्राइमेसी पॉलिसी। ठीक है, ये पॉलिसी कह लो या एक तुसी कह सकते हो एक तरह का पास सीगा, एक तरह का ये पास सीगा जिहड़ा पोर्तुगीज तो लेना पैंदा सी। क्यों कि जेकर कोई मान लो व्यापारी समुंदर दे विच व्यापार कर रहा है, जेकर कोई व्यापारी समुंदर दे विच व्यापार कर रहा है तां ओहदी सुरक्षा दे लई, ठीक है, कि कोई उन्हें लुੱਟ-ਪਾੜ ना करे तां सुरक्षा दे लई एक पास लेना पैंदा, जिहदे बदले उन्होंने कुछ पैसे उन्होंने देने पैंदे सी, जिहदे उन्होंने बेनीफिट की मिलदा सीगा व्यापारियों नूं कि समुंदर दे विच लुੱਟ होएगी तां पोर्तुगीज दे सैनिक उन्हां दी मदद करनगे। ठीक है, लुੱਟ-ਮਾਰ तो बचाया जाएगा। ਤਾਂ ਇਹ ਪਾਸ ਜਿਹੜਾ ਸੀਗਾ ਉਹਨਾਂ ਨੇ ਸ਼ੁਰੂ ਕੀਤਾ ਸੀਗਾ ਸਮੁੰਦਰ ਦੇ ਵਿੱਚ ਵਪਾਰ ਕਰਨ ਦੇ ਲਈ। ਠੀਕ ਹੈ, ਜੇ ਇਹ ਪਾਸ ਨਹੀਂ ਲੈ ਰਹੇ ਤਾਂ ਕਿਸੇ ਦੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਪੋਰਤੁਗੀਜ਼ ਦੀ, ਕੋਈ ਸੈਨਿਕ ਉਹਦੀ ਹੈਲਪ ਨਹੀਂ ਕਰਨਗੇ। ਕਲੀਅਰ। ਨੈਕਸਟ, ਹੁਣ ਜੇ ਗੱਲ ਆਏਗੀ ਕਿ ਜੇਕਰ ਕੁਐਸਚਨ ਆਏਗਾ ਕਿ ਜਿਸ ਸਮੇਂ ਇੰਡੀਆ ਆਜ਼ਾਦ ਹੋਇਆ ਉਸ ਸਮੇਂ ਗੋਆ ਦਾ ਗਵਰਨਰ, जिस समय इंडिया आजाद होया मतलब गोवा गवर्नर एट द टाइम ऑफ इंडिपेंडेंस। ठीक है, तो आंसर क्या आएगा? बोसा। आप सब कुछ देखो पूरा डिटेल कर रहे हैं, चंगे तो चंगा लैवल आप कवर कर रहे हैं कि कुछ भी तुहानू पेपर दे विच क्वेश्चन आ जाए तुहानू ये ना होवे कि मैं कीता ही नहीं। जे क्वेश्चन आएगा कि इंडिपेंडेंस के टाइम ते उस समय गोवा का गवर्नर कौन सीगा जो भारत आजाद होया 1947 में, तो बोसा सीगा। जे क्वेश्चन आएगा लास्ट गवर्नर तो मैनुअल एंटोए, ये लास्ट गवर्नर सीगा किदा? पोर्तुगीज दा। ठीक है, तो एक इहदे राज दे विच एक ऑपरेशन विजय, एक ऑपरेशन विजय होया जिहदे ऑपरेशन विजय दे विच देखो की होया कि पुर्तगालियां तो गोवा, दमन, दीप ये जिहड़ा हैगा सारा लैके इंडिया दे विच मर्ज कर दिता गया। की कर दिता गया? मर्ज कर दिता गया। ते 19 दिसंबर 1961 ਨੂੰ ਕੀ ਬਣਾਇਆ ਜਾਂਦਾ ਹੈ? गोवा लिबरेशन डे। की बनाया जाता है? गोवा लिबरेशन डे। तो आ देखो आप सारा डिस्कस किया, अज आप डिस्कस किया पूरी का पूरा मॉडर्न इंडिया का शुरुआत शुरू करती, प्रॉपर डिटेल में समझा पुर्तगालियां बारे, पोर्तुगीज बारे पूरी डिटेल समझी की सी, कौन कौन आया, किहदे लई की इंपोर्टेंट है, की क्वेश्चन बननगे। ठीक है, कि गोवा जित्या किने, गोवा नूं राजधानी किने बनाया, ब्लू वाटर पॉलिसी की है, भारत विच कौन आया, किहदी हेल्प नाल आया। तो असी पूरी डिटेल दे विच अज मॉडर्न हिस्टरी जिहड़ा हैगा आपां शुरू कीती है, तो पूरी डिटेल दे विच आपां अज इहनूं शुरू कर रहे हैं। तो अज दे लई आपां इन्ना ही करांगे। नैक्सट लैक्चर दे विच तुहानूं डच, इंग्लिश, डैनिश ते फ्रांसीसी फ्रेंच उन्हां सारियां बारे दसांगे, लड़ाइयां बारे दसांगे, की रीजन सी जिन्हां कारण उन्हां दा डिक्लाइन होया। तो अज लई बच्चे इन्ना ही। थैंक यू वेरी मच। चैनल को लाइक सबसक्राइब जरूर कर लिया करो। जो लैक्चर समझ आ रहा है, तुहानूं अच्छा लग रहा है तो प्लीज़ कमेंट कराया करो। तुहानूं एक क्वेश्चन छड्डिया सीगा, वो मैं अपने नैक्सट लैक्चर दे विच उस क्वेश्चन का आंसर दूंगा। क्वेश्चन मैं फिर तो रिपीट कर रहा कि उस इतिहासकार का नाम दसो अकबर के टाइम पीरियड ते जिन्हां ने डिस्कवरी ऑफ अमेरिका की गल अपनी बुक दे विच कीती है। तो मैनूं सबने अपने कमेंट बॉक्स दे विच आंसर जरूर देना। थैंक यू वेरी मच।